ਫਾਜ਼ਿਲਕਾ ਸ਼ਹਿਰ ਦੇ ਸਾਰੇ ਹੀ ਸਾਡੇ ਪਿਆਰੇ ਸੱਜਣੋ, ਉਹ ਦਿਨ ਹੁਣ ਕੱਲ੍ਹ ਨੂੰ ਆ ਰਿਹਾ ਹੈਗਾ ਹੈ 20 ਤਰੀਕ, ਜਿਸ ਦਿਨ ਵਾਸਤੇ ਅਸੀਂ ਲਗਭਗ 6 ਮਹੀਨੇ ਤੋਂ ਤਿਆਰੀ ਕਰ ਰਹੇ ਸੀਗੇ। ਇਹ ਜਿਹੜਾ ਡੀ ਹੈਗਾ ਆ, ਇਸ ਡੇ ਤੱਕ ਪਹੁੰਚਣ ਵਾਸਤੇ ਅਸੀਂ ਤੁਹਾਡੇ ਸਾਰਿਆਂ ਲਈ ਬਹੁਤ ਹੀ ਸਾਰੇ ਇੰਤਜ਼ਾਮ ਕੀਤੇ ਨੇ। ਹੁਣ ਤੱਕ ਦੀਆਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ, ਔਰ ਬਾਈ ਗॉड्स ਗ੍ਰੇਸ ਹੁਣ ਤੱਕ ਜਿਹੜਾ ਹੈਗਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਸਾਡੀਆਂ ਰੈਲੀਆਂ ਹੋਈਆਂ ਨੇ, ਜਿੰਨੇ ਵੀ ਸਾਡੇ ਪੋਲੀਟੀਕਲ ਪਾਰਟੀਜ਼ ਨੇ ਆਪਣੇ ਇਵੈਂਟ ਕੀਤੇ ਨੇ, ਕੱਲ ਪਰਸੋਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵੀ ਇੱਥੇ ਆ ਕੇ ਗਏ ਨੇ। ਪ੍ਰਸ਼ਾਸਨ ਨੇ ਲਗਾਤਾਰ ਦਿਨ ਰਾਤ ਕੰਮ ਕਰਕੇ ਮਿਹਨਤ ਦੇ ਨਾਲ ਇਹਨਾਂ ਸਾਰਿਆਂ ਕੰਮਾਂ ਨੂੰ ਨੇਪਰੇ ਚਾੜਿਆ ਹੈਗਾ। ਪ੍ਰਾਈਮ ਮਿਨਿਸਟਰ ਸਾਹਿਬ ਦੀ ਵਿਜ਼ਿਟ ਜਿਹੜੀ ਸੀ ਇੱਕ ਬਹੁਤ ਹੀ ਇੰਪੋਰਟੈਂਟ ਵਿਜ਼ਿਟ ਸੀ। ਇਸ ਤੋਂ ਇਲਾਵਾ ਜਿਹੜੇ ਸਾਡੇ ਹੋਰ ਪੋਲੀਟੀਕਲ ਪਾਰਟੀਜ਼ ਨੇ, ਚਾਹੇ ਉਹ ਆਮ ਆਦਮੀ ਪਾਰਟੀ ਨੇ, ਚਾਹੇ ਉਹ ਕਾਂਗਰਸ ਵਾਲੇ ਹੈਗੇ ਨੇ, ਚਾਹੇ ਬੀਜੇਪੀ ਦੇ ਨੇ, ਹਰ ਇੱਕ ਅਸੀਂ ਉਹਨਾਂ ਸਾਰਿਆਂ ਦੀ ਹੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਦੀ ਸਾਰਿਆਂ ਦੀ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ। ਉਹਨਾਂ ਦੀਆਂ ਪਰਮਿਸ਼ਨ ਉਹਨਾਂ ਨੂੰ ਟਾਈਮ ਸਿਰ ਦਿੱਤੀਆਂ। ਕਿਸੇ ਨੇ ਹੈਲੀਕਾਪਟਰ 'ਤੇ ਆਉਣਾ ਸੀ, ਅਸੀਂ ਇਹੋ ਬਿਲਕੁਲ ਧਿਆਨ ਰੱਖਿਆ ਕਿ ਉਹਨਾਂ ਨੂੰ ਜੋ ਵੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਪੂਰੇ ਟਾਈਮ ਦੇ ਉੱਤੇ ਪੂਰੀਆਂ ਹੋਣ। ਸੋ ਹੁਣ ਤੱਕ ਦਾ ਸਾਡਾ ਕੰਮ ਜਿਹੜਾ ਹੈਗਾ ਆ ਬਿਲਕੁਲ ਹੀ ਸ਼ਾਂਤੀ ਦੇ ਨਾਲ ਪੂਰਾ ਹੋਇਆ। ਅਸੀਂ ਜਿੰਨੀਆਂ ਵੀ ਸਾਡੇ ਕੋਲ ਸੀ ਵਿਜ਼ਨ ਦੇ ਉੱਤੇ ਕੰਪਲੇਂਟਸ ਆਈਆਂ ਨੇ, 1950 ਦੇ ਉੱਤੇ ਕੰਪਲੇਂਟਸ ਆਈਆਂ ਨੇ ਇਲੈਕਸ਼ਨ ਦੇ ਰਿਲੇਟਡ, ਉਹ ਸਾਡਾ ਇੱਕ ਟਾਈਮ ਬਾਉਂਡ ਪੀਰੀਅਡ ਸੀਗਾ। ਅਸੀਂ ਉਹਨਾਂ ਨੂੰ ਵਿਦਿਨ ਟਾਈਮ ਲਿਮਿਟਸ ਦੇ ਵਿੱਚ ਪੂਰਾ ਕੀਤਾ ਹੈ। ਸਾਡੀ ਕੋਈ ਵੀ ਪੈਂਡੈਂਸੀ ਜਿਹੜੀ ਸੀਗੀ ਟਾਈਮ ਤੋਂ ਬਾਹਰ ਨਹੀਂ ਸੀਗੀ। ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਸਿਰਫ 2 ਕੰਪਲੇਂਟਸ ਪੈਂਡਿੰਗ ਪਈਆਂ ਹੋਈਆਂ ਨੇ। ਉਹ ਵੀ ਇਸ ਕਰਕੇ ਪੈਂਡਿੰਗ ਹੈਗੀਆਂ ਨੇ ਕਿਉਂਕਿ ਉਹ ਪੁਰਾਣੀਆਂ ਕੰਪਲੇਂਟਸ ਨੇ ਔਰ ਉਹਦੇ ਵਿੱਚ ਇੱਕ ਪ੍ਰੋਪਰ ਇਨਕੁਆਇਰੀ ਹੋ ਰਹੀ ਹੈ। ਸੋ ਐਵਰੀਥਿੰਗ ਇਜ਼ ਇਨ ਟਾਈਮ ਲਿਮਿਟਸ। ਅਸੀਂ ਤੁਹਾਨੂੰ ਪਹਿਲਾਂ ਵੀ ਆਲਰੇਡੀ ਦੱਸਿਆ ਹੋਇਆ, ਸਾਡੇ ਕੋਲ ਟੋਟਲ 829 ਬੂਥ ਹੈਗੇ ਨੇ, ਠੀਕ ਹੈ, 499 ਲੋਕੇਸ਼ਨਸ ਨੇ। ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦੇ ਹੋਏ ਕੁਛ ਅਸੀਂ ਵਨਰੇਬਲ ਬੂਥ ਬਣਾਏ ਨੇ, ਕ੍ਰਿਟੀਕਲ ਬੂਥ ਬਣਾਏ ਨੇ। ਇਸ ਵਾਰੀ ਕ੍ਰਾਈਟੀਰੀਆ ਥੋੜਾ ਚੇਂਜ ਹੋ ਗਿਆ ਸੀਗਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਸੀਗਾ ਕਿ ਇਸ ਵਾਰੀ ਤੁਸੀਂ ਵਨਰੇਬਲ ਲੋਕੇਸ਼ਨਸ ਨੂੰ ਆਇਡੈਂਟੀਫਾਈ ਕਰੋ ਔਰ ਉਸ ਲੋਕੇਸ਼ਨ ਦੇ ਵਿੱਚ ਜਿਹੜੇ ਕੋਈ ਬੂਥ ਪੈ ਰਹੇ ਹੈਗੇ ਨੇ ਉਹਨਾਂ ਨੂੰ ਕ੍ਰਿਟੀਕਲ ਬੂਥ ਬਣਾਵੋ। ਸੋ ਉਹਦੇ ਮੁਤਾਬਿਕ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਨੇ ਵਨਰੇਬਲ ਤੇ ਕ੍ਰਿਟੀਕਲ। ਉਸ ਦੇ ਮੁਤਾਬਕ ਹੀ ਉਹਨਾਂ ਦੇ ਉੱਤੇ ਪੁਲਿਸ ਫੋਰਸ ਸਪੈਸ਼ਲ ਲਗਾਈ ਜਾਂਦੀ ਹੈ, ਉਹ ਸਾਡੀ ਇਨ ਪਲੇਸ ਹੈਗੀ ਹੈ। ਸੋ ਹੁਣ ਕੱਲ੍ਹ ਦਾ ਡੇ ਆ ਗਿਆ ਹੈਗਾ। ਅੱਜ ਤੁਹਾਨੂੰ ਪਤਾ ਹੀ ਹੈ ਕਿ ਸਾਡੀਆਂ ਸਾਰੀਆਂ ਪਾਰਟੀਆਂ ਜਾ ਰਹੀਆਂ ਨੇ, ਸਾਰੇ ਲੋਕ ਤਿਆਰੀ ਕਰ ਰਹੇ ਨੇ, ਸਭ ਦੀ ਡਿਊਟੀ ਲੱਗੀ ਹੋਈ ਹੈ। ਸਾਡੀਆਂ ਪੋਲਿੰਗ ਪਾਰਟੀਜ਼ ਆਲਮੋਸਟ ਰਿਹਰਸਲ ਹੋ ਚੁੱਕੀ ਹੈ, ਹਾਜ਼ਰੀ ਲੱਗ ਚੁੱਕੀ ਹੈ, ਉਹ ਔਨ ਦਾ ਵੇ ਨੇ, ਬੱਸਾਂ ਦੇ ਵਿੱਚ ਬੈਠਣ ਦੀ ਤਿਆਰੀ ਹੋ ਰਹੀ ਹੈ ਰੂਟ ਪਲਾਨ ਦੇ ਮੁਤਾਬਿਕ। ਅੱਜ ਮੈਂ ਤੁਹਾਨੂੰ ਇਸ ਲਈ ਸੰਬੋਧਿਤ ਕਰਨਾ ਚਾਹੁੰਦੀ ਹਾਂ ਕਿ ਦੇਖੋ ਅਸੀਂ ਜਿਹੜੀ ਇੰਨੀ ਸਾਰੀ ਤਿਆਰੀ ਕੀਤੀ ਹੈ, ਉਸ ਸਾਰੀ ਤਿਆਰੀ ਦਾ ਫਾਇਦਾ ਉਦੋਂ ਹੀ ਹੈ ਜਦੋਂ ਤੁਸੀਂ ਹੁਣ ਸਾਡੇ ਪਿਆਰੇ ਵੋਟਰ ਆਪਣੇ ਆਪਣੇ ਬੂਥ ਦੇ ਉੱਤੇ ਆ ਕੇ ਵੋਟ ਪਾਓਗੇ। ਸੋ ਜੇਕਰ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੇ ਤੁਸੀਂ ਨਹੀਂ ਪਹੁੰਚੋਗੇ ਤੇ ਸਾਡੀਆਂ ਇਹ ਸਾਰੀਆਂ ਤਿਆਰੀਆਂ ਵਿਅਸਤ ਜਾਣਗੀਆਂ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਬਰੀਫ ਦੇ ਦੇਣਾ ਚਾਹੁੰਦੀ ਹਾਂ। ਸਾਡੇ ਕੋਲ ਪੋਲਿੰਗ ਸਟੇਸ਼ਨ ਹੈਗੇ ਨੇ 829 ਦੀ ਜਿਹੜੀ ਹੈਗੀ ਪੋਲਿੰਗ ਬੂਥ ਨੇ, 490 ਸਾਡੀਆਂ ਲੋਕੇਸ਼ਨ ਨੇ। ਸਾਡੇ ਕੋਲ ਮੇਲ ਵੋਟਰ ਹੈਗੇ ਨੇ 3,98,015, ਫੀਮੇਲ ਵੋਟਰਸ ਨੇ 3,52,247, ਅਦਰ ਵੋਟਰਸ 19, ਟੋਟਲ ਵੋਟਰ 7,53,281। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਕਿ ਪਿਛਲੇ ਮਹੀਨੇ 2 ਜਿਹੜੇ ਹੈਗੇ ਨੇ ਮੈਂ ਲਗਾਤਾਰ ਵੈਕਸੀਨੇਸ਼ਨ ਵਾਲੇ ਪਾਸੇ ਚੱਲੀ ਹਾਂ ਔਰ ਤੁਹਾਡੇ ਪੂਰੇ 7,53,292 ਵੋਟਰ ਵੈਕਸੀਨੇਟਡ ਨੇ। ਫਸਟ ਡੋਜ਼ ਸਭ ਨੂੰ ਲੱਗ ਚੁੱਕੀ ਹੈ ਤੇ ਅੱਜ ਦੀ ਡੇਟ ਦੇ ਵਿੱਚ ਅਬਾਊਟ 59 ਜਾਂ 60% ਸ਼ਾਮ ਤੱਕ ਹੋ ਜਾਣਗੇ ਸੈਕਿੰਡ ਡੋਜ਼ ਵੀ। ਔਰ ਸਾਡਾ ਜ਼ਿਲ੍ਹਾ ਜਿਹੜਾ ਹੈਗਾ, ਜਿਹੜੇ 0 ਤੋਂ 15 ਵੋਟਰ ਹੈਗੇ ਨੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਇਕੱਲਾ ਫਾਜ਼ਿਲਕਾ ਹੈ ਜਿਨ੍ਹਾਂ ਨੇ ਆਪਣਾ ਨੈਸ਼ਨਲ ਟਾਰਗੇਟ ਨੂੰ 71% ਦਾ ਟਾਰਗੇਟ ਸੀਗਾ, ਅਸੀਂ 74% 0 ਤੋਂ 15 ਬੱਚਿਆਂ ਨੂੰ ਵੀ ਲਗਾ ਦਿੱਤੀ ਹੈ। ਸੋ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਹੋਇਆ। ਬੜੀ ਅਸੀਂ ਮਿਹਨਤ ਕੀਤੀ, ਤੁਸੀਂ ਵੀ ਸਾਡੇ ਨਾਲ ਚੱਲੇ ਹੋ, ਤੁਸੀਂ ਸਾਡੇ ਨਾਲ ਕਈ ਬਾਜ਼ਾਰਾਂ 'ਚ ਗਏ ਹੋ, ਸਾਰਾ ਕੁਝ। ਸੋ ਥੈਂਕ ਯੂ ਤੁਹਾਡਾ ਵੀ। ਸਾਡੇ ਕੋਲ ਜਿਹੜੇ 2298 ਸਰਵਿਸ ਵੋਟਰ ਨੇ, ਠੀਕ ਹੈ, ਅਸੀਂ ਉਹਨਾਂ ਨੂੰ
ਸਾਰਿਆਂ ਨੂੰ ਹੀ ਪੋਸਟਲ ਬੈਲਟ ਪੇਪਰ ਭੇਜੇ ਆ। ਅਸੀਂ ਡਿਫੈਂਸ ਵਾਲਿਆਂ ਦੀ ਇਹ ਡਿਊਟੀ ਲਗਾਈ ਹੈਗੀ ਹੈ ਕਿ 2298 ਦੇ 2298 ਜਿਹੜੇ ਵੋਟਰ ਹੈ, ਸਾਡਾ ਟੀਚਾ ਹੈ ਕਿ ਇਹ ਸਾਰੇ ਹੀ ਵੋਟ ਸਾਡੇ ਕੋਲ ਲੈ ਕੇ ਆਉਣਗੇ। ਅਸੀਂ ਉਹਨਾਂ ਨੂੰ ਫਿਰ ਅੱਜ ਕਾਲ ਕਰ ਰਹੇ ਹੈਗੇ ਆ। ਅਸੀਂ ਇਹਨਾਂ ਨੂੰ ਇਨਸ਼ੋਰ ਕਰਨਾ ਕਿ ਇਹ ਸਾਡੇ ਕੋਲ ਆ ਕੇ ਵੋਟ ਪਾਉਣ। ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਦਿਸ ਇਜ਼ ਸਾਡਾ ਸੀਕ੍ਰੇਟ ਡਾਕੂਮੈਂਟ ਹੁੰਦਾ ਹੈ ਕਿ ਸਾਡਾ ਆਰਡੀਨਰੀ ਪੋਲਿੰਗ ਸਟੇਸ਼ਨ, ਵਨਰੇਬਲ ਏਰੀਆਜ਼, ਕ੍ਰਿਟੀਕਲ ਪੋਲਿੰਗ ਸਟੇਸ਼ਨਸ, ਮਾਈਕਰੋ ਆਬਜ਼ਰਵਰ। ਸਾਡੇ ਜਿਹੜੇ ਆਰਡੀਨਰੀ ਪੋਲਿੰਗ ਲੋਕੇਸ਼ਨਸ ਹੈਗੀਆਂ ਨੇ 108 ਜਲਾਲਾਬਾਦ, 79 ਫਾਜ਼ਿਲਕਾ, 36 ਅਬੋਹਰ, 33 ਬੱਲੂਆਣਾ। ਸਾਡੇ ਜਿਹੜੇ ਵਨਰੇਬਲ ਏਰੀਆਜ਼ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਏਰੀਆ, ਉਹਦੇ ਵਿੱਚ ਕੁਛ ਜਿਵੇਂ ਆਹ ਏਰੀਆ ਹੋ ਗਿਆ, ਇਹਦੇ ਵਿੱਚ ਜਿੰਨੇ ਵੀ ਬੂਥ ਹੋ ਜਾਣਗੇ ਉਹ ਕ੍ਰਿਟੀਕਲ ਹੋ ਜਾਣਗੇ। ਸੋ ਜਲਾਲਾਬਾਦ ਦੇ ਵਿੱਚ ਸਾਡੇ ਕੋਲ ਜਿਹੜੇ ਵਨਰੇਬਲ ਏਰੀਆਜ਼ 43, 38, 37 ਅਬੋਹਰ, 56 ਬੱਲੂਆਣਾ। ਇਹ ਜਿੰਨੇ ਵੀ, ਵੈਸੇ ਅਸੀਂ ਸਾਰੇ ਹੀ ਪੋਲਿੰਗ ਬੂਥ ਦੇ ਉੱਤੇ ਮਾਈਕਰੋ ਆਬਜ਼ਰਵਰ ਲਗਾਏ ਹੋਏ ਨੇ। ਸਾਡੇ ਮਾਈਕਰੋ ਆਬਜ਼ਰਵਰ ਉਹ ਹੁੰਦੇ ਨੇ ਜਿਹੜੇ ਕਿ ਸਾਰੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਬਿਲਕੁਲ ਕਲੋਜ਼ਲੀ ਵਾਚ ਕਰਦੇ ਨੇ ਕਿ ਜਿੱਥੇ ਅਸੀਂ ਸੋਚਦੇ ਹਾਂ ਕਿ ਗੜਬੜ ਹੋ ਸਕਦੀ ਹੈ। ਸਾਡੀਆਂ ਹਰ ਬੂਥ ਦੇ ਉੱਤੇ ਅਸੀਂ ਲਗਾਏ ਹੋਏ ਨੇ। 59 ਅਸੀਂ ਲਗਾਏ ਹੋਏ ਨੇ ਜਲਾਲਾਬਾਦ ਦੇ ਵਿੱਚ ਸਾਡੇ ਮਾਈਕਰੋ ਆਬਜ਼ਰਵਰ ਨੇ, ਫਾਜ਼ਿਲਕਾ ਦੇ ਵਿੱਚ 53 ਨੇ, ਅਬੋਹਰ ਜਿਹੜੇ 48 ਨੇ, 74 ਬੱਲੂਆਣਾ। ਸਾਡੇ ਜਿਹੜੇ ਐਕਸਪੈਂਡੀਚਰ ਆਬਜ਼ਰਵਰ ਪਲੱਸ ਸਾਡੇ ਜਿਹੜੇ ਦੂਸਰੇ ਆਬਜ਼ਰਵਰਸ ਨੇ ਸਾਰਾ ਦਿਨ ਅੱਜ ਘੁੰਮਣਗੇ। ਆਲਰੇਡੀ ਹੀ ਉਹ ਰਾਊਂਡ ਦੇ ਉੱਤੇ ਹੈਗੇ ਨੇ। ਅਸੀਂ ਸਾਰੇ ਇੱਕ ਦੂਸਰੇ ਦੇ ਟੱਚ ਦੇ ਵਿੱਚ ਹੈਗੇ ਆ। ਇਹ ਸਾਡੇ ਆਫੀਸਰਸ ਦੇ ਅਲੱਗ-ਅਲੱਗ ਨਾਮ ਹੈਗੇ ਨੇ ਜਿਹੜੇ ਜਿਹੜੇ ਔਨ ਡਿਊਟੀ ਨੇ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਅਸੀਂ ਸਪੈਸ਼ਲੀ ਬੂਥ ਤੇ ਕੀ ਇੰਤਜ਼ਾਮ ਕੀਤਾ। ਸਾਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬਿਲਕੁਲ ਕਲੀਅਰ ਕੱਟ ਹਦਾਇਤਾਂ ਨੇ ਕਿ ਜਿਹੜਾ ਵੀ ਵੋਟਰ ਤੁਹਾਡੇ ਬੂਥ ਤੇ ਆਏਗਾ ਉਹ ਸਮਝ ਲਓ ਕਿ ਪੰਜਾਬੀ 'ਚ ਜਿਹੜੀ ਕਹਾਵਤ ਹੈਗੀ ਕਿ ਤੁਹਾਡਾ ਪ੍ਰਾਹੁਣਾ ਹੈ, ਜਾਂ ਤੁਸੀਂ ਸਮਝ ਲਓ ਕਿ ਤੁਹਾਡਾ ਜਵਾਈ ਹੈ, ਜਾਂ ਗੈਸਟ ਇਜ਼ ਆਲਵੇਜ਼ ਟ੍ਰੀਟਡ ਲਾਈਕ ਦਿਸ ਇਨ ਇੰਡੀਆ। ਸੋ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਅਤਿਥੀ ਭਵੋ। ਸੋ ਇਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਹਰ ਬੂਥ ਦੇ ਉੱਤੇ ਤੁਹਾਡੇ ਵਾਸਤੇ ਅਸੀਂ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਹੈਗਾ। ਉੱਥੇ ਤੁਹਾਡੇ ਬੈਠਣ ਦਾ ਇੰਤਜ਼ਾਮ ਕੀਤਾ ਹੈਗਾ। ਰੈਂਪ ਹੈਗੇ ਨੇ ਜਿਹੜੇ ਸਾਡੇ ਭੈਣ ਭਰਾ ਥੋੜ੍ਹੀ ਬਹੁਤੀ ਜਿਨ੍ਹਾਂ ਨੂੰ ਫਿਜ਼ੀਕਲੀ ਚੈਲੰਜਡ ਹੈਗੇ ਨੇ, ਉਹਨਾਂ ਵਾਸਤੇ ਅਸੀਂ ਹਰ ਬੂਥ ਤੇ ਵੀਲ ਚੇਅਰ ਦਾ ਵੀ ਇੰਤਜ਼ਾਮ ਕੀਤਾ ਹੈ। ਇੱਥੋਂ ਤੱਕ ਕਿ ਅਸੀਂ ਕੁਝ ਵਲੰਟੀਅਰ ਟੀਮਸ ਬਣਾਈਆਂ ਨੇ, NCC ਵਾਲੀਆਂ ਨੇ, ਤੁਸੀਂ ਦੇਖੀਆਂ ਵੀ ਹੋਣਗੀਆਂ ਸ਼ਾਇਦ, ਤੁਹਾਡੀ ਨੌਲੇਜ ਹੁਣ ਤੁਸੀਂ, ਮੈਂ ਚਾਹੂੰਗੀ ਕਿ ਤੁਸੀਂ ਵੀਡੀਓਗ੍ਰਾਫੀ ਕਰੋ। ਉਹ ਘਰ ਘਰ ਜਾਣਗੇ ਜਿੱਥੇ ਜ਼ਿਆਦਾ ਦਿੱਕਤ ਹੈ। ਅਸੀਂ ਉਹਨਾਂ ਨੂੰ ਗੱਡੀ ਦੇ ਵਿੱਚ ਬਕਾਇਦਾ ਲੈ ਕੇ ਆਵਾਂਗੇ। ਜਿਹੜੇ ਕਿ ਸਾਨੂੰ ਲੱਗਦਾ ਕਿ ਬਿਲਕੁਲ ਹੀ ਨਹੀਂ ਆ ਪਾ ਰਹੇ ਹੈਗੇ, ਅਸੀਂ ਉਹਨਾਂ ਨੂੰ ਉੱਥੇ ਵੀ ਵੀਲ ਚੇਅਰ ਗੱਡੀ ਦੇ ਵਿੱਚ ਦੇਵਾਂਗੇ ਔਰ ਉਹਨਾਂ ਨੂੰ ਬੂਥ ਤੱਕ ਲੈ ਕੇ ਆਵਾਂਗੇ। ਇਸ ਵਾਰੀ ਅਸੀਂ ਇੱਕ ਹੋਰ ਚੇਂਜ ਕੀਤੀ ਹੈ ਕਿ ਕੋਵਿਡ ਦੀ ਵਜ੍ਹਾ ਦੇ ਨਾਲ, ਜਿਵੇਂ ਪਹਿਲਾਂ ਤਾਂ ਸੀਗਾ ਜੀ ਸਾਡੇ ਪੰਜਾਬ ਦੇ ਲੋਕ ਇੰਨਾ ਭਾਈਚਾਰਕ ਸਾਂਝ ਰੱਖਦੇ ਨੇ ਕਿ ਉਹ ਆਪਣੇ ਘਰਾਂ ਤੋਂ ਖਾਣਾ ਲੈ ਜਾਂਦੇ ਨੇ। ਸਿਰਫ ਕੋਵਿਡ ਦੀਆਂ ਹਿਦਾਇਤਾਂ ਦੇ ਮੱਦੇਨਜ਼ਰ ਅਸੀਂ ਉਹਨਾਂ ਨੂੰ ਹੁਣ ਪੋਲਿੰਗ ਪਾਰਟੀ ਲਈ ਜਿਹੜਾ ਹੈਗਾ ਆ ਮਿਡ ਡੇ ਮੀਲ ਜਿਹੜੀ ਹੈਗੀ ਆ ਉਹ ਤਿਆਰ ਕਰ ਰਹੇ ਹੈਗੇ, ਪੈਕੇਟ ਬੰਦ ਫੂਡ, ਉਹ ਵੀ ਵਿਦ ਪ੍ਰੀਕਾਸ਼ਨਸ ਲੈ ਕੇ, ਕੋਵਿਡ ਦੀਆਂ ਪ੍ਰੀਕਾਸ਼ਨਸ ਦੇ ਨਾਲ। ਠੀਕ ਹੈ। ਸਾਡੇ ਕੋਲ 2686 PWD ਵੋਟਰਸ ਨੇ, ਉਹ ਸਾਡਾ ਮੇਨ ਟਾਰਗੇਟ ਨੇ। ਸਾਡਾ ਇੱਕ ਬੂਥ ਵੀ ਹੈਗਾ PWD ਵਾਸਤੇ। ਤੇ PWD ਵੋਟਰਸ ਨੂੰ ਅਸੀਂ ਇੱਕ ਸਾਡੀ ਐਕਸਰਸਾਈਜ਼ ਸੀਗੀ, ਉਹਨਾਂ ਨੂੰ ਅਸੀਂ ਫਾਰਮ ਨੰਬਰ ਦੇਣਾ ਸੀਗਾ ਪੋਸਟਲ ਬੈਲਟ ਪੇਪਰ ਦਾ 13 ਨੰਬਰ ਅਸੀਂ ਉਹਨਾਂ ਨੂੰ ਦਿੱਤਾ ਸੀਗਾ। ਉਹਨਾਂ ਨੇ ਜਿਨ੍ਹਾਂ ਨੇ ਵੀ ਆਪਣਾ ਡੀ ਫਾਰਮ ਕੀਤਾ ਸੀਗਾ ਅਡੋਪਟ, ਉਹਦੇ ਵਿੱਚੋਂ ਉਹਨਾਂ ਨੇ 447 ਜਿਹੜੇ ਸੀਗੇ ਪੋਸਟਲ ਬੈਲਟ ਦੇ ਨਾਲ ਵੋਟ ਪਾਉਣ ਵਾਸਤੇ ਉਹਨਾਂ ਨੇ ਕੀਤਾ ਸੀਗਾ। ਉਹਦੇ ਵਾਸਤੇ ਇੱਕ ਪ੍ਰੋਸੈਸ ਸੀਗਾ ਕਿ ਉਹਨਾਂ ਦੇ ਘਰ ਅਸੀਂ ਟੀਮਾਂ ਭੇਜਣੀਆਂ ਸੀਗੀਆਂ। ਉਹ ਸਾਡਾ ਪਿਛਲੇ ਹਫਤੇ ਹੋ ਚੁੱਕਿਆ ਪ੍ਰੋਸੈਸ। ਉਹਦੇ ਵਿੱਚ ਸੀਗਾ ਕਿ ਵੀਡੀਓਗ੍ਰਾਫੀ ਕੀਤੀ ਗਈ ਹੈ ਜਿਸ ਵੀ ਬੰਦੇ ਨੇ, ਚਾਹੇ ਉਹ 80+ ਸੀਗੇ, ਚਾਹੇ ਉਹ ਪੋਸਟਲ ਬੈਲਟ PWD ਵੋਟਰ ਸੀ। ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਇੱਕ ਪ੍ਰੋਪਰ ਟੀਮ ਬਣਾਈ ਗਈ ਸੀ। ਉਸ ਵੋਟ ਪਾਉਣ ਦਾ ਟਾਈਮ ਸੀਗਾ। ਉੱਥੇ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਆਲਰੇਡੀ ਦੱਸਿਆ ਸੀਗਾ ਕਿ ਅਸੀਂ ਇਸ ਘਰ 'ਚ ਫਲਾਨਾ ਘਰਾਂ 'ਚ ਜਾਵਾਂਗੇ ਔਰ ਇਸ ਜਗ੍ਹਾ ਦੇ ਉੱਤੇ ਤੁਸੀਂ ਵੀ ਪ੍ਰੈਜ਼ੈਂਟ ਹੋਵੋ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਖਦਸ਼ਾ ਨਾ ਹੋਵੇ। ਸੋ ਉਹ ਸਾਡਾ ਪ੍ਰੋਸੈਸ ਪੂਰਾ ਹੋ ਗਿਆ। ਸਾਰੀਆਂ ਵੋਟਾਂ ਅਸੀਂ ਪਵਾਈਆਂ ਨੇ, ਬਿਲਕੁਲ ਹੀ ਕਾਨੂੰਨ ਦੇ ਮੁਤਾਬਕ ਪਵਾਈਆਂ ਨੇ। ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਬਿਲਕੁਲ ਇਨਫੋਰਮ ਕਰਕੇ, ਸਾਨੂੰ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਕਿ ਕੁਝ ਕਿਸੇ ਨੇ ਓਬਜੈਕਸ਼ਨ ਕੀਤਾ ਹੋਵੇਗਾ ਕਿ ਸਹੀ ਨਹੀਂ ਪ੍ਰੋਸੈਸ ਕੀਤਾ। ਜਿਹੜੇ ਬਾਕੀ ਸਾਡੇ ਰਹਿ ਗਏ ਨੇ, ਅਸੀਂ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਵਾਂਗੇ। ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਇਸ ਵਾਰੀ ਅਸੀਂ ਅਲੱਗ-ਅਲੱਗ ਜਿਹੜੇ ਲੋਕ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਇਨਵੋਲਵ ਕੀਤਾ ਹੋਇਆ
NSS ਨੂੰ ਇਨਵੋਲਵ ਕੀਤਾ ਹੈ, ਅਸੀਂ ਜਿਹੜੇ NCC ਦੇ ਕੈਡਟ ਨੂੰ ਯੂਜ਼ ਕੀਤਾ ਹੈਗਾ। ਕਈ ਸਾਡੇ ਇੱਥੇ NGO ਬੱਚੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਵੀ ਇਨਵੋਲਵ ਕੀਤਾ ਹੈਗਾ ਸਾਡੀ ਹੈਲਪ ਕਰਨ ਵਾਸਤੇ। ਸੋ ਕੁੱਲ ਮਿਲਾ ਕੇ ਪ੍ਰਸ਼ਾਸਨ ਬਿਲਕੁਲ ਹੀ ਇਹ ਚਾਹੁੰਦਾ ਹੈਗਾ ਆ ਕਿ ਸਾਡੇ ਜਿਹੜੇ ਟੀਚੇ ਨੇ 100% ਵੋਟਿੰਗ ਨੇ ਉਹ ਪੂਰੇ ਹੋ ਜਾਣ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ 31 ਬੂਥ ਨੇ ਸਾਡੇ ਕੋਲ ਇਹੋ ਜਿਹੇ। ਇੱਕ ਤਾਂ ਸਾਡਾ PWD ਵੋਟਰ ਹੈਗਾ, ਇੱਕ ਸਾਡੇ ਜਿਹੜੇ ਪਿੰਕ ਬੂਥ ਹੈਗੇ ਨੇ, ਔਰ ਇੱਕ ਸਾਡੇ ਮਾਡਲ ਪੋਲਿੰਗ ਸਟੇਸ਼ਨ ਨੇ। ਅਸੀਂ ਇਹ ਟੀਚਾ ਲੈ ਕੇ ਚੱਲ ਰਹੇ ਹਾਂ ਕਿ ਵੈਸੇ ਸਾਡਾ ਟੀਚਾ ਤਾਂ ਇਹ ਹੈਗਾ ਕਿ ਸਾਡੇ ਪੂਰੇ ਹੀ ਬੂਥਾਂ ਦੇ ਉੱਤੇ 829 ਬੂਥ ਦੇ ਉੱਤੇ 100% ਵੋਟਿੰਗ ਹੋਵੇ, ਪਰ ਇਹ ਕਿਉਂਕਿ ਇਸ ਕਰਕੇ ਨਹੀਂ ਪੋਸੀਬਲ ਹੁੰਦਾ ਕਿ ਕਈ ਲੋਕ ਸ਼ਹਿਰਾਂ ਤੋਂ ਬਾਹਰ ਗਏ ਹੋਏ ਨੇ ਕੰਮਾਂ 'ਤੇ। ਕੁਛ ਲੋਕਾਂ ਦੀਆਂ ਆਪਣੀਆਂ ਡਿਊਟੀਆਂ ਲੱਗੀਆਂ ਨੇ ਦੂਸਰੇ ਸ਼ਹਿਰਾਂ ਦੇ ਵਿੱਚ, ਔਰ ਕੁਛ ਲੋਕ ਆਊਟ ਆਫ ਇੰਡੀਆ ਵੀ ਨੇ। ਅਤੇ ਅਸੀਂ ਇੱਕ ਲਿਸਟ ਪ੍ਰਪੇਅਰ ਕੀਤੀ ਹੈ ਘਰ ਘਰ ਜਾ ਕੇ, ਜਿਹਦੇ ਵਿੱਚ ਅਸੀਂ ਐਬਸੈਂਟੀਜ਼ ਲਿਸਟ ਪ੍ਰੋਬੇਬਲ ਜਿਹੜੇ ਹੈਗੇ ਉਹ ਕੀਤੇ ਹੈਗੇ ਆ ਕਿ ਕਿਹੜੇ ਲੋਕ ਹੈਗੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਲਿਆਇਆ ਜਾ ਸਕਦਾ ਹੈ। ਹਰ ਬੂਥ ਵਾਈਜ਼ ਅਸੀਂ ਕੱਢੇ ਨੇ ਕਿ ਕਿੰਨੇ ਸਾਡੇ ਐਬਸੈਂਟੀ ਵੋਟਰ ਬਾਹਰ ਨੇ, ਕਿੰਨੇ ਪੰਜਾਬ ਤੋਂ ਬਾਹਰ ਨੇ, ਕਿੰਨੇ NRI ਨੇ। ਅਤੇ ਉਸ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਕਿ ਜਿੰਨੇ ਐਟਲੀਸਟ ਸਾਡੇ ਕੋਲ ਪੰਜਾਬ ਤੋਂ ਬਾਹਰ ਵੀ ਹੈਗੇ ਨੇ, ਜੇ ਐਡਜਾਈਨਿੰਗ ਜਿਵੇਂ ਕੋਈ ਗੰਗਾ ਨਗਰ ਹੈ ਜਾਂ ਚੰਡੀਗੜ੍ਹ ਹੈ ਜਾਂ ਕੋਈ ਵੀ, ਅਸੀਂ ਉਹਨਾਂ ਨੂੰ ਮੋਟੀਵੇਸ਼ਨ ਕਰਕੇ ਮੈਂ ਫ਼ੋਨ ਕਰ ਰਹੀ ਹਾਂ ਰੋਜ਼, ਉਹਨਾਂ ਨੂੰ ਮੈਂ ਚਿੱਠੀ ਵੀ ਦਿੱਤੀ ਹੈਗੀ ਹੈ, ਘਰ ਘਰ ਜਾ ਕੇ ਉਹਨਾਂ ਨੂੰ ਚਿੱਠੀ ਪਹੁੰਚਾਈ ਹੈ ਕਿ ਪਲੀਜ਼ ਤੁਸੀਂ ਇੱਕ ਦਿਨ ਵਾਸਤੇ ਆਓ, ਅਸੀਂ ਸਾਡੀ ਇੰਨੇ ਦਿਨਾਂ ਤੋਂ ਤਿਆਰੀ ਕਰ ਰਹੇ ਹੈਗੇ ਆ, ਅਤੇ ਜੇ ਤੁਸੀਂ ਆਵੋਗੇ ਤਾਂ ਸਾਡੇ ਲਈ ਬਹੁਤ ਅੱਛਾ ਹੋਵੇਗਾ। ਚਿੱਠੀ ਵੀ ਕੀਤੀ ਹੈ, ਫ਼ੋਨ ਵੀ ਕੀਤੇ ਨੇ, ਮੇਰੀਆਂ ਟੀਮਾਂ ਲਗਾਤਾਰ ਉਹਨਾਂ ਨੂੰ ਫ਼ੋਨ ਕਰ ਰਹੀਆਂ ਨੇ। ਆਹ ਦੇਖੋ, ਅਸੀਂ ਉਹਨਾਂ ਨੂੰ ਜਾ ਕੇ ਫ਼ੋਨ ਕਰਕੇ ਉਹਨਾਂ ਨੂੰ ਚਿੱਠੀਆਂ ਮੈਂ ਆਪਣੇ ਹੱਥ ਨਾਲ ਲਿਖ ਕੇ ਪਾਈਆਂ ਨੇ, ਸੋ ਦੈਟ ਦੇ ਥਿੰਕ ਕਿ ਹਾਂ ਅਸੀਂ ਸੀਰੀਅਸ ਹਾਂ। ਆਹ ਦੇਖੋ, ਸਭ ਨੂੰ ਅਸੀਂ ਚਿੱਠੀ ਫੜਾ ਰਹੇ ਹਾਂ, ਠੀਕ ਹੈ। ਸੋ ਤੁਸੀਂ ਵੈਲ ਇਮੈਜਿਨ ਕਰ ਸਕਦੇ ਹੋ ਕਿ ਅਸੀਂ ਕਿੰਨਾ ਜ਼ਿਆਦਾ ਚਾਹੁੰਦੇ ਹਾਂ ਕਿ ਸਾਡੇ ਵੋਟਰ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਸਾਡੀਆਂ ਜਿਹੜੀਆਂ ਕੁਝ ਬੂਥ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਿ ਸਾਰੀਆਂ ਲੇਡੀਜ਼ ਹੀ ਮੈਨੇਜ ਕਰ ਰਹੀਆਂ ਹੈਗੀਆਂ, ਠੀਕ ਹੈ। ਉਹਨਾਂ ਬੂਥਾਂ ਦੇ ਉੱਤੇ ਅਸੀਂ ਸਪੈਸ਼ਲ ਅਰੇਂਜਮੈਂਟ ਕੀਤਾ। ਅਸੀਂ ਉੱਥੇ ਮਹਿੰਦੀ ਸਟਾਲ, ਸੈਲਫੀ ਪੁਆਇੰਟਸ, ਰੰਗੋਲੀ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੋਇਆ। ਸੌਰੀ, ਪਾਣੀ ਨਹੀਂ ਜਰਾ, ਬੋਲ ਕੇ ਮੇਰਾ ਗਲਾ ਖਰਾਬ ਹੋ ਗਿਆ। ਸੰਖਿਆ ਕਿੰਨੀ ਹੈ ਜਿਹੜੀ ਮਹਿਲਾਵਾਂ ਦੇ ਲਈ ਸਪੈਸ਼ਲ ਬਣਾਈ ਹੈ, ਉਹ ਕਿੰਨੀ ਸੰਖਿਆ ਹੈ ਜੀ? ਜਸਟ ਅ ਮਿੰਟ। ਵੂਮਨ ਪੋਲਿੰਗ ਸਟੇਸ਼ਨ ਨੇ ਜੀ, ਵੂਮਨ ਪੋਲਿੰਗ ਸਟੇਸ਼ਨ ਸਾਡੇ 8 ਹੈਗੇ ਨੇ, ਠੀਕ ਹੈ। 8 ਦੇ 8 ਜਿਹੜੇ ਹੈਗੇ ਵੂਮਨ ਓਰੀਐਂਟਡ ਹੋਣਗੇ। ਵੂਮਨ ਦੇ ਉੱਤੇ ਅਸੀਂ ਮਹਿੰਦੀ ਦਾ ਪ੍ਰਬੰਧ ਕੀਤਾ ਕਿ ਕੁੜੀਆਂ ਮਹਿੰਦੀ ਲਗਾ ਸਕਣ, ਛੋਟੇ ਛੋਟੇ ਗਿਫਟ ਵੀ ਕੀਤੇ ਹੋਏ ਆ, ਰੰਗੋਲੀ ਵੀ ਹੈਗੇ ਨੇ। ਇੱਕ ਸਾਡਾ ਸ਼ੇਰਾ ਆਈਕਨ ਹੈਗਾ ਜਿਹੜਾ ਕਿ ਸ਼ਹਿਰ 'ਚ ਘੁੰਮ ਰਿਹਾ, ਤੁਸੀਂ ਸ਼ਾਇਦ ਦੇਖਿਆ ਹੋਊਗਾ, ਘੁੰਮ ਰਿਹਾ ਨਾ ਆਪਣਾ DPR। ਸੋ ਉਹ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੈਗਾ, ਪੰਜਾਬ ਦਾ, ਉਹ ਲੋਕਾਂ ਨੂੰ ਜਾ ਕੇ ਰਿਕੁਐਸਟ ਕਹਿ ਰਿਹਾ ਹੈਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਵੂਮਨ ਬੂਥ ਹੈਗੇ ਨੇ, ਅਸੀਂ ਕੁਛ ਜਿਹੜੇ ਸਾਡੀਆਂ ਬਹੁਤ ਮਸ਼ਹੂਰ ਲੇਡੀਜ਼ ਹੈਗੀਆਂ ਜਿਨ੍ਹਾਂ ਨੇ ਕੋਈ ਸ਼ਹਿਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੁਛ ਪ੍ਰੋਮੀਨੈਂਟ ਕੰਮ ਕੀਤੇ ਨੇ, ਜਿਵੇਂ PV ਸਿੰਧੂ ਹੋਈ ਜਾਂ ਫਿਰ ਕਲਪਨਾ ਚਾਵਲਾ ਜਾਂ ਕੋਈ ਹੋਰ ਪ੍ਰੋਮੀਨੈਂਟ ਜਿਨ੍ਹਾਂ ਦਾ ਨਾਮ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਅੜਚਨਾਂ ਨੂੰ ਪਾਰ ਕਰਕੇ ਆਪਣੇ ਟਾਰਗੇਟਸ ਨੂੰ ਪੂਰਾ ਕੀਤਾ, ਅਸੀਂ ਉਹਨਾਂ ਦੀ ਜੀਵਨੀ ਬਾਰੇ ਉੱਥੇ ਦੱਸ ਰਹੇ ਹਾਂ। ਇਸੇ ਤਰ੍ਹਾਂ ਸਾਡੇ PWD ਵੋਟਰਸ ਨੇ, ਉੱਥੇ ਵੀ ਅਸੀਂ ਡਿਸਕ੍ਰਾਈਬ ਕਰ ਰਹੇ ਹੈਗੇ, ਜਿਵੇਂ ਸਾਡੇ PWD ਬਹੁਤ ਸਾਰੇ ਵੋਟਰ ਹੈਗੇ ਨੇ, ਪਰਸਨੈਲਿਟੀਜ਼ ਨੇ ਜਿਨ੍ਹਾਂ ਨੇ ਆਪਣੀ ਇਨਐਬਿਲਿਟੀ ਹੁੰਦੇ ਹੋਏ ਵੀ ਬਹੁਤ ਕੁਛ ਅਚੀਵ ਕੀਤਾ, ਜਿਵੇਂ ਹੈਲਨ ਕੈਲਰ ਹੈ, ਠੀਕ ਹੈ। ਸਾਡੇ ਹੋਰ ਪਲੇਅਰ ਵੀ ਨੇ ਜਿਹੜੇ ਪੈਰਾ ਓਲੰਪਿਕਸ ਦੇ ਵਿੱਚ ਜਾਂਦੇ ਨੇ। ਸੋ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਦੇਖੋ, ਲੋਕ ਇੰਨੀਆਂ ਕਮੀਆਂ ਹੋਣ ਤੋਂ ਬਾਵਜੂਦ ਵੀ ਆਪਣੀ ਡਿਊਟੀ ਨਿਭਾਉਂਦੇ ਨੇ, ਕਿੱਥੇ ਕਿੱਥੇ ਪਹੁੰਚ ਜਾਂਦੇ ਨੇ। ਔਰ ਇੱਕ ਸਾਡਾ ਫਰਜ਼ ਇਹ ਹੈਗਾ ਕਿ ਅੱਜ ਵੋਟਾਂ ਪੈ ਰਹੀਆਂ ਨੇ, ਔਰ ਤੁਹਾਡਾ ਜਿਹੜਾ ਮੈਕਸੀਮਮ ਬੂਥ ਜਿਹੜਾ ਹੁੰਦਾ ਵਿਦਿਨ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਗਾ, ਠੀਕ ਹੈ। 2 ਕਿਲੋਮੀਟਰ ਦਾ ਹੀ ਹੈ ਸਾਡਾ ਸਾਰਾ ਹਿਸਾਬ ਕਿਤਾਬ। ਦੇਖੋ, ਇੰਨੀਆਂ ਤਿਆਰੀਆਂ ਤੋਂ ਬਾਅਦ ਜੇ ਤੁਸੀਂ ਨਹੀਂ ਆਉਂਦੇ ਆਪਣੀ ਜਗ੍ਹਾ ਦੇ ਉੱਤੇ ਤਾਂ ਦੈਟ ਇਜ਼ ਵੈਰੀ ਬੈਡ। ਸੋ ਅਸੀਂ ਤਾਂ ਇਹ ਕਹਾਂਗੇ ਕਿ ਦੇਖੋ ਜੀ, ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਕਿਉਂਕਿ ਤੁਹਾਡੇ ਲਈ ਸਾਰਾ ਕੁਛ ਰੈਡੀ ਸੀ, ਤੁਸੀਂ ਸਿਰਫ ਆ ਕੇ ਆਪਣਾ ਇੱਕ ਬਟਨ ਦਬਾਉਣਾ ਸੀ। ਇਸ ਕਰਕੇ ਅਸੀਂ ਮੋਟੀਵੇਸ਼ਨ ਕਰ ਰਹੇ ਹਾਂ ਕਿ ਵਿਦਿਨ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆ ਕੇ ਵੀ ਜੇ ਤੁਸੀਂ ਨਹੀਂ ਕਰੋਗੇ,
ਸਾਡੇ ਵਲੰਟੀਅਰਸ ਵੀ ਨਹੀਂ, ਅਸੀਂ ਤੁਹਾਨੂੰ ਹੈਲਪ ਵੀ ਕਰਾਂਗੇ ਹਰ ਜਗ੍ਹਾ ਦੇ ਉੱਤੇ। ਸੋ ਸਾਡਾ ਟੀਚਾ ਇਹ ਹੈ ਕਿ ਜਿਹੜੇ ਲੋਕ ਉਸ ਦਿਨ ਅਵੇਲੇਬਲ ਹੈਗੇ ਨੇ, ਪਲੀਜ਼ ਤੇ ਪਲੀਜ਼ ਤੁਹਾਨੂੰ ਬਹੁਤ ਜ਼ਿਆਦਾ ਬੇਨਤੀ ਹੈ, ਆਵੋ, ਆਪਣਾ ਕੰਮ ਕਰੋ, ਆਪਣੀ ਵੋਟ ਪਾਵੋ। ਸਾਡਾ ਸਟਾਫ ਦਿਨ ਰਾਤ ਪਿਛਲੇ 8 ਮਹੀਨਿਆਂ ਤੋਂ, ਅਸੀਂ ਪਹਿਲਾਂ ਵੋਟਰ ਸੂਚੀ ਮੈਂ ਤੁਹਾਨੂੰ ਪਹਿਲਾਂ ਵੀ ਪਿਛਲੀ VC ਦੇ ਵਿੱਚ ਕੀਤਾ ਸੀਗਾ, ਅਸੀਂ ਬਹੁਤ ਜ਼ਿਆਦਾ ਕਰ ਰਹੇ ਹੈਗੇ। ਅਤੇ ਜੇ ਸਾਡਾ ਟੀਚਾ ਨਹੀਂ ਪੂਰਾ ਹੁੰਦਾ ਤਾਂ ਸਾਡਾ ਦਿਲ ਟੁੱਟ ਜਾਂਦਾ, ਅਤੇ ਸਾਨੂੰ ਉੱਪਰੋਂ ਵੀ ਇਹ ਪੁੱਛਿਆ ਜਾਂਦਾ ਕਿ ਤੁਸੀਂ ਕੀ ਕੀਤਾ, ਤੁਹਾਡੀ ਅਚੀਵਮੈਂਟ ਇੰਨੀ ਪੂਅਰ ਕਿਉਂ ਹੈਗੀ ਹੈ। ਸੋ ਸਾਡੇ ਜਿਹੜੇ ਪੰਜਾਬ ਦੇ CO ਸਾਹਿਬ ਹੈਗੇ ਨੇ, ਉਹਨਾਂ ਦਾ ਮੈਨੂੰ ਕੀ ਸਾਰੇ ਹੀ ਇਹ ਉਹਨਾਂ ਦਾ ਆਫਿਸਰਸ ਨੂੰ, DCs ਨੂੰ ਰਾਤ ਦੇ 2-2 3-3 ਵਜੇ ਤੱਕ ਹਰ ਚੀਜ਼ ਵਾਸਤੇ फ़ोन ਆਉਂਦਾ ਹੈ ਕਿ ਕਿਆ ਕਰ ਰਹੇ ਹੋ, ਇਹ ਕਿਉਂ ਰਹਿ ਗਿਆ, ਉਹ ਕਿਉਂ ਰਹਿ ਗਿਆ। ਤੋ ਆਲ ਆਰ ਵੈਰੀ ਵੈਲ ਕੰਸਰਨਡ। ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਕਿਹਨੂੰ ਵੋਟ ਪਾਓ, ਤੁਸੀਂ ਆਪਣੇ ਚੁਆਇਸ ਦੇ ਬੰਦਿਆਂ ਨੂੰ ਵੋਟ ਪਾਵੋ, ਪਰ ਜ਼ਰੂਰ ਪਾਵੋ, ਠੀਕ ਹੈ। ਅਸੀਂ ਤੁਹਾਨੂੰ ਇਹ ਵੀ ਯਕੀਨ ਦਿਵਾਉਂਦੇ ਹਾਂ ਕਿ ਜਦੋਂ ਤੁਸੀਂ ਉੱਥੇ ਬੂਥ 'ਤੇ ਵੋਟ ਪਾਉਣ ਆਵੋਗੇ ਤਾਂ ਸਾਡਾ ਸਾਰਾ ਦਾ ਸਾਰਾ ਸਟਾਫ ਜਿਹੜਾ ਹੈਗਾ ਡਬਲ ਅਸ਼ੋਰਡ ਹੈਗਾ ਕਿ ਉਹ ਕੋਵਿਡ ਵੈਕਸੀਨੇਟਡ ਹੈਗਾ, ਬੂਸਟਰ ਡੋਜ਼ ਵੀ ਲਗਾਈ ਹੈ ਅਸੀਂ ਉਹਨਾਂ ਨੂੰ, ਠੀਕ ਹੈ। ਤੁਸੀਂ ਸੋਚੋ, ਮੈਂ ਤਾਂ ਪਬਲਿਕ ਨੂੰ ਜਾ ਕੇ ਹਰ ਇੱਕ ਨੂੰ ਫੜ ਕੇ ਡੋਜ਼ ਲਗਾਈ ਹੈ, ਅਤੇ ਮੈਂ ਆਪਣੇ ਬੰਦਿਆਂ ਨੂੰ ਤਾਂ ਬਿਲਕੁਲ ਹੀ ਕੋਵਿਡ ਪੋਜ਼ੀਟਿਵ ਨਾ ਹੋਵੇ ਕੋਈ ਵੀ। ਅਸੀਂ ਤੁਹਾਨੂੰ ਉੱਥੇ ਸੈਨੀਟਾਈਜ਼ਰ ਦੇਵਾਂਗੇ, ਅਸੀਂ ਤੁਹਾਨੂੰ ਉੱਥੇ ਮਾਸਕ ਦੇਵਾਂਗੇ ਜੇ ਕੋਈ ਭੁੱਲ ਜਾਂਦਾ ਹੈਗਾ ਆ। ਸੋ ਅਸੀਂ ਤੁਹਾਡੇ ਲਈ ਕਈ ਬੂਥਾਂ ਦੇ ਉੱਤੇ ਸਰਪ੍ਰਾਈਜ਼ ਗਿਫਟ ਵੀ ਦੇਵਾਂਗੇ, ਠੀਕ ਹੈ। ਅਤੇ ਅਸੀਂ ਤੁਹਾਡੇ ਲਈ ਸਾਰੇ ਇੰਤਜ਼ਾਮ ਕੀਤੇ ਹੈ। ਸਾਡੇ ਸਾਰੇ ਹੀ ਬੂਥਾਂ ਦੇ ਉੱਤੇ ਵੈਬਕਾਸਟਿੰਗ ਹੋ ਰਹੀ ਹੈ। ਵੈਬਕਾਸਟਿੰਗ ਮੀਨਸ ਕਿ ਸਾਡਾ ਕੰਟਰੋਲ ਰੂਮ ਬਣਿਆ ਹੋਇਆ, ਉੱਥੇ ਬੈਠ ਕੇ ਅਸੀਂ ਇੱਕ ਬੂਥ ਦੀ ਇਹ ਦੇਖ ਸਕਦੇ ਹੈਗੇ ਕਿ ਕਿੱਥੇ ਕੀ ਚੱਲ ਰਿਹਾ, ਲਾਈਨ ਟੁੱਟੀ ਤਾਂ ਨਹੀਂ ਹੈਗੀ। ਵੈਬਕਾਸਟਿੰਗ ਦਾ ਮਤਲਬ ਇਹ ਹੈਗਾ ਕਿ ਸਾਡਾ ਕੰਟਰੋਲ ਰੂਮ ਬਣਿਆ ਆ, ਅਸੀਂ ਸਾਰੇ ਉੱਥੇ ਬੈਠ ਕੇ ਵਾਚ ਕਰਾਂਗੇ। ਸਾਡੇ CO ਸਾਹਿਬ ਵੀ ਉੱਪਰੋਂ ਵਾਚ ਕਰ ਰਹੇ ਹੈਗੇ ਆ ਕਿ ਹਰ ਬੂਥ 'ਤੇ ਕੀ ਹੋ ਰਿਹਾ। ਨੋ ਸਿਕਿਉਰਿਟੀ ਲੈਪਸਿਸ, ਠੀਕ ਹੈ, ਸਾਰੇ ਬੂਥਾਂ 'ਤੇ ਕੈਮਰੇ ਲੱਗ ਚੁੱਕੇ ਨੇ। ਸੋ ਗ੍ਰੀਵੈਂਸਿਸ ਜਦੋਂ ਹੀ ਸਾਡੇ ਕੋਲ ਕੋਈ ਆਉਂਦੀ ਹੈ 109 ਦੇ 1950 ਦੇ ਉੱਤੇ ਆਉਂਦੀ ਹੈ, ਸਾਡੀ ਸੀ ਵਿਜਲ ਦੇ ਉੱਤੇ ਆਉਂਦੀ ਹੈ, ਸਾਡੇ ਜਿਹੜੇ ਅਬਜ਼ਰਵਰਸ ਨੇ ਫੀਲਡ ਦੇ ਵਿੱਚ ਘੁੰਮ ਰਹੇ ਉਹਨਾਂ ਦੇ ਕੋਲ ਜਦੋਂ ਵੀ ਆਉਂਦੀ ਹੈ, ਸਾਡਾ ਟੀਚਾ ਹੈ, ਸਾਡੇ ਕੋਲ ਟਾਈਮ ਹੈ ਹੀ ਨਹੀਂ, ਸਾਨੂੰ ਦਿੱਤਾ ਹੀ ਨਹੀਂ ਕਮਿਸ਼ਨ ਨੇ ਕਿ ਤੁਹਾਡੇ ਕੋਲ ਕੋਈ ਟਾਈਮ ਹੈਗਾ ਕਿ ਅਸੀਂ ਲਟਕਾ ਸਕੀਏ। ਸਾਨੂੰ ਵਿਦਿਨ ਟਾਈਮ ਫਰੇਮ ਸੌਟ ਆਊਟ ਕਰਨੀ ਪੈਂਦੀ ਹੈ। ਹਾਂ, ਕਈ ਲੋਕ ਸਾਨੂੰ ਐਵੇਂ ਕੰਪਲੇਂਟਸ ਕਰਦੇ ਨੇ ਕਿ ਮੇਰਾ ਕਬਜ਼ਾ ਹੋ ਜ਼ਮੀਨ ਦਾ ਹੋ ਗਿਆ। ਇਲੈਕਸ਼ਨ ਨਾਲ ਰਿਲੇਟਿਡ ਜੋ ਵੀ ਕੰਪਲੇਂਟ ਹੈ ਅਸੀਂ ਟਾਈਮ ਬਾਉਂਡ ਤਰੀਕੇ ਦੇ ਨਾਲ ਖਤਮ ਕਰ ਰਹੇ ਹਾਂ। ਸੋ ਹੁਣ ਇਲੈਕਸ਼ਨ ਤੁਹਾਨੂੰ ਪਤਾ ਹੈ 18 ਤਰੀਕ ਤੋਂ ਬਾਅਦ ਡਰਾਈ ਡੇ ਸ਼ੁਰੂ ਹੋ ਚੁੱਕਾ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਆਈ ਕੈਨ ਅੰਡਰਸਟੈਂਡ ਕਿ ਚਲੋ ਡਰਾਈ ਡੇ ਹੋ ਚੁੱਕਾ ਹੈ ਅਤੇ ਸ਼ਰਾਬ ਦੀ ਵੰਡ ਜਿਹੜੀ ਹੈਗੀ ਆ ਉਹ ਮਨਾ ਹੈਗੀ ਹੈ, ਸ਼ਰਾਬ ਪੀਣਾ ਵੀ ਮਨਾ ਹੈ। ਐਂਡ ਰੂਲਸ ਨੂੰ ਪ੍ਰੋਪਰਲੀ ਸਾਡੀਆਂ ਟੀਮਾਂ ਘੁੰਮ ਫਿਰ ਰਹੀਆਂ ਨੇ। ਜੇ ਤੁਹਾਡੀ ਨੌਲੇਜ ਵੀ ਕੋਈ ਆਉਂਦਾ ਹੈ, ਜਿਵੇਂ ਅੱਜ ਕੱਲ੍ਹ ਇਲੀਗਲ ਤਰੀਕੇ ਨੇ ਕਿ ਕੋਈ ਸਲਿੱਪ ਦੇ ਦਿੰਦਾ ਹੈ ਜਾਂ ਕੋਈ ਵੀ ਪਰਚੀ ਸਿਸਟਮ, ਜੋ ਵੀ ਇਲੀਗਲ ਤਰੀਕੇ ਨੇ ਉਹ ਸਾਨੂੰ ਸਭ ਆਲਰੇਡੀ ਸਾਨੂੰ ਪਤਾ ਹੈਗੇ ਨੇ, ਅਸੀਂ ਆਲਰੇਡੀ ਚੈਕਿੰਗ ਦੇ ਹਾਂ। ਜੇ ਕੋਈ ਫੜਿਆ ਗਿਆ, ਜੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਪਰਚਾ ਦਰਜ ਹੋ ਗਿਆ, ਮੈਂ ਤੁਹਾਨੂੰ ਇੱਕ ਵਾਰੀ ਇਹ ਕਲੀਅਰ ਕਰਦਾ, ਦੋ ਤਰ੍ਹਾਂ ਦੇ ਪਰਚੇ ਹੁੰਦੇ ਨੇ। ਇੱਕ ਤੇ ਹੁੰਦਾ ਹੈ ਕਿ ਚਲੋ ਨਾਰਮਲੀ ਪੁਲਿਸ ਵਾਲਿਆਂ ਨੇ ਦਰਜ ਕੀਤਾ, ਜਿਹੜਾ ਇਲੈਕਸ਼ਨ ਦੇ ਟਾਈਮ ਦੇ ਉੱਤੇ ਅਸੀਂ ਪਰਚਾ ਦਰਜ ਕਰਾਂਗੇ ਜਾਂ ਜੋ ਵੀ ਹੋਊਗਾ ਉਹਦਾ ਨਿਪਟਾਰਾ ਥੋੜ੍ਹਾ ਔਖਾ ਹੁੰਦਾ। ਸੋ ਬੀ ਅਵੇਅਰ। ਪਬਲਿਕ ਨੂੰ ਸਾਡੀ ਰਿਕੁਐਸਟ ਹੈ ਕਿ ਇਹ ਤੁਹਾਡਾ ਹੀ ਦੇਸ਼ ਹੈ, ਤੁਹਾਡਾ ਪੰਜਾਬ ਹੈ, ਆਪਣੇ ਪੰਜਾਬ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਉੱਪਰ ਧੱਬਾ ਨਹੀਂ ਲੱਗਣ ਦੇਣਾ। ਫਾਜ਼ਿਲਕਾ ਦੇ ਉੱਤੇ, ਫਾਜ਼ਿਲਕਾ ਸ਼ਹਿਰ ਬੜਾ ਪੀਸਫੁਲ ਹੈਗਾ ਆ, ਹੁਣ ਤੱਕ ਦਾ ਮੇਰਾ ਵੀ ਐਕਸਪੀਰੀਅੰਸ ਹੈ, ਸਭ ਨੇ ਮੇਰਾ ਸਾਥ ਦਿੱਤਾ। ਇਨਫੈਕਟ ਪ੍ਰਾਈਮ ਮਿਨਿਸਟਰ ਸਾਹਿਬ ਦੀ ਰੈਲੀ ਦੇ ਵਿੱਚ ਮੈਂ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਰਿਕੁਐਸਟ ਕੀਤੀ ਸੀ ਕਿ ਵੀ ਪਲੀਜ਼ ਸਾਡੀ ਰੈਲੀ ਨੂੰ ਠੀਕ ਤਰ੍ਹਾਂ ਨਿਕਲਣ ਦਿਓ। ਅਤੇ ਆਈ ਐਮ ਵੈਰੀ ਹੈਪੀ ਕਿ 1-2 ਗਰੁੱਪਸ ਤੋਂ ਇਲਾਵਾ ਬਾਕੀ ਸਭ ਨੇ 99% ਨੇ ਸਾਡਾ ਕਹਿਣਾ ਨਹੀਂ ਮੋੜਿਆ। ਸੋ ਹੁਣ ਵੀ ਤੁਸੀਂ ਸਾਡਾ ਕਹਿਣਾ ਨਹੀਂ ਮੋੜੋਗੇ, ਆਪਣਾ ਇੰਜੋਏ ਕਰੋ। ਇਲੈਕਸ਼ਨ ਇੱਕ ਮੇਲਾ ਹੈ, ਠੀਕ ਹੈ, ਤੁਸੀਂ ਆਪਣੇ ਅਧਿਕਾਰ ਨੂੰ ਇੰਜੋਏ ਕਰੋ, ਐਕਟੀਵਿਟੀਜ਼ ਨੂੰ ਇੰਜੋਏ ਕਰੋ। ਸ਼ਰਾਬ ਵਗੈਰਾ ਤਾਂ ਕਦੀ ਵੀ ਪੀਤੀ ਜਾ ਸਕਦੀ ਹੈ ਆਫਟਰ ਦੈਟ। ਸੋ ਤੁਸੀਂ ਐਕਟੀਵਿਟੀਜ਼ ਨੂੰ ਇੰਜੋਏ ਕਰੋ, ਆਪਣੇ ਅਧਿਕਾਰ ਨੂੰ ਲੈ ਕੇ ਸੁਚੇਤ ਰਹੋ, ਠੀਕ ਹੈ। ਤੁਸੀਂ ਦੇਖੋ ਕਿ ਕਿੰਨੀਆਂ ਤਿਆਰੀਆਂ ਹੋ ਰਹੀਆਂ ਨੇ, ਇਹਦੇ ਵਿੱਚ ਇੰਟਰਸਟ ਲਵੋ ਤਾਂ ਕਿ ਤੁਹਾਨੂੰ ਇਹ ਪਤਾ ਰਹੇ ਕਿ ਇਲੈਕਸ਼ਨ ਨੂੰ ਕਰਾਉਣ ਵਾਸਤੇ ਕਿੰਨੀ ਜ਼ਿਆਦਾ ਮਿਹਨਤ ਲੱਗ ਰਹੀ ਹੈ। ਜਿਹੜੀਆਂ CPF ਆਈਆਂ ਨੇ ਉਹ ਬਹੁਤ ਦੂਰ ਤੋਂ ਆਈਆਂ ਨੇ, ਠੀਕ ਹੈ, ਉਹਨਾਂ ਨੇ ਆਪਣਾ ਘਰ ਛੱਡਿਆ ਔਰ ਬਹੁਤ ਦਿਨਾਂ ਤੋਂ ਉਹਨਾਂ ਦੇ ਜਿਹੜੇ ਅਰੇਂਜਮੈਂਟਸ ਵੀ ਕੋਈ ਹੈਗੇ ਆ, ਕੋਈ ਅਸੀਂ ਉਹਨਾਂ ਨੂੰ ਜਿੱਥੇ ਵੀ ਐਡਜਸਟ ਕਰ ਸਕਦੇ ਹਾਂ ਉੱਥੇ ਐਡਜਸਟ ਕੀਤਾ ਐਂਡ ਦੇ ਆਰ ਹੈਪੀਲੀ, ਬਹੁਤ ਹੀ ਤਰੀਕੇ ਦੇ ਨਾਲ ਉਹ ਰਹਿ ਰਹੇ ਨੇ, ਆਪਣਾ ਕੰਮ ਕਰ ਰਹੇ ਨੇ, ਸਾਰੇ ਤੁਹਾਡੇ ਵਾਸਤੇ ਨੇ। ਬਾਕੀ ਤੁਹਾਨੂੰ ਸਭ ਕੁਝ ਪਤਾ ਹੈ, 5 ਤੋਂ ਵੱਧ ਵਿਅਕਤੀ ਇਕੱਠੇ ਹੋਣ ਤੇ ਰੋਕ ਹੈ, ਠੀਕ ਹੈ। ਜੇ ਘਰ ਜਾ ਕੇ ਚੋਣ ਪ੍ਰਚਾਰ ਜ਼ਰੂਰ ਕਰ ਸਕਦੇ ਨੇ। 18 ਫਰਵਰੀ 6 ਵਜੇ ਤੋਂ 20 ਫਰਵਰੀ ਤੱਕ ਡਰਾਈ ਡੇ ਹੈਗਾ ਆ।
ਹਲਕੇ ਤੇ ਬਾਹਰ ਦੇ ਲੋਕਾਂ ਨੂੰ ਹਲਕਾ ਛੱਡਣ ਸੰਬੰਧੀ ਹਦਾਇਤਾਂ ਸੰਬੰਧੀ ਆਰਡਰ ਹੋ ਚੁੱਕਿਆ ਹੈ ਕਿ ਜਿਹੜੇ ਵੀ ਕੋਈ ਬਾਹਰਲੇ ਹੈਗੇ ਨੇ ਉਹ ਹੁਣ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਰਹਿਣਗੇ। ਸ਼ਰਾਰਤੀ ਅਨਸਰ ਪੋਲਿੰਗ ਬੂਥ ਤੇ 100 ਮੀਟਰ ਦੇ ਘੇਰੇ ਵਿੱਚ ਕਿਸੇ ਵੱਲੋਂ ਵੀ ਪ੍ਰਚਾਰ ਨਾਲ ਸੰਬੰਧਿਤ ਪੋਸਟਰ ਬੈਨਰ ਲਗਾਉਣ, ਸ਼ੋਰ ਮਚਾਉਣ, ਹੁੱਲੜਬਾਜ਼ੀ ਕਰਨ ਤੇ ਰੋਕ ਹੈ। ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪ੍ਰਾਈਵੇਟ ਵਹੀਕਲ ਲਿਜਾਣ ਅਤੇ ਪੋਲਿੰਗ ਬੂਥ ਟੈਂਟ ਲਗਾਉਣ ਦੀ ਮਨਾਹੀ ਹੈ। ਰੂਲਾਂ ਦੇ ਮੁਤਾਬਿਕ ਅਸੀਂ ਉਹਨਾਂ ਨੂੰ 에ਅਰ ਮਾਰਕ ਸਪੈਸੀਫਿਕ ਜਗ੍ਹਾ ਦੱਸਦੇ ਹੈਗੇ, ਉੱਥੇ ਸਾਰਿਆਂ ਨੇ ਰਹਿਣਾ ਹੈਗਾ। ਠੀਕ ਹੈ, ਇਹ ਸਾਡੇ ਆਰਡਰ ਦੀਆਂ ਕਾਪੀਆਂ ਨੇ ਤੇ ਸਾਰੇ ਸਾਡੀਆਂ ਪਾਰਟੀਆਂ ਤੁਰ ਪਈਆਂ ਨੇ। ਅਸੀਂ ਹੁਣ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਦੇਖੋ ਜੀ, ਅੱਜ ਤਾਂ ਹੁਣ ਲਾਸਟ ਦਿਨ ਹੋ ਗਿਆ, ਹੁਣ ਤੇ ਸਾਡੀਆਂ ਪਾਰਟੀਆਂ ਤੁਰ ਗਈਆਂ ਨੇ ਆਪਣੀ ਆਪਣੀ ਜਗ੍ਹਾ ਤੇ। ਬਹੁਤ ਸਾਰੇ ਲੋਕ ਹੁਣ ਵੀ ਸਾਨੂੰ ਡਿਊਟੀ ਕੱਟਣ ਵਾਸਤੇ ਰਿਕੁਐਸਟ ਕਰ ਰਹੇ ਨੇ। ਹੁਣ ਦਿਸ ਇਜ਼ ਵੈਰੀ ਕਰੂਸ਼ੀਅਲ ਟਾਈਮ, ਅਸੀਂ ਆਪਣੀ ਪਾਰਟੀ ਖਰਾਬ ਨਹੀਂ ਕਰ ਸਕਦੇ ਕਿਉਂਕਿ ਸਾਡੀ ਪਲੇਸਮੈਂਟ ਹੋ ਚੁੱਕੀ ਹੈ। ਤੇ ਉਹਦੇ ਵਾਸਤੇ ਵੀ ਤੁਹਾਨੂੰ ਰਿਕੁਐਸਟ ਹੈ ਕਿ ਆਪਣੀ ਡਿਊਟੀ ਆਪਣਾ ਫਰਜ਼ ਸਮਝ ਕੇ ਕਰੋ ਪੂਰੀ। ਡਿਸਟ੍ਰਿਕਟ ਦੀ ਜੇ ਗੱਲ ਕਰੀਏ ਤਾਂ ਕਿੰਨੇ ਕੈਂਡੀਡੇਟ ਜਿਹੜਾ ਇਸ ਚੋਣ ਮੈਦਾਨ ਦੇ ਅੰਦਰ ਹੈਗੇ ਨੇ ਜੀ? ਕਿੰਨੇ ਹੋ ਗਏ? ਠੀਕ ਹੈ, ਤੇ ਸ਼ਿਕਾਇਤਾਂ ਕਿਸ ਤਰ੍ਹਾਂ ਦੀਆਂ ਆਈਆਂ ਨੇ ਤੇ ਕਿਸ ਤਰ੍ਹਾਂ ਦੀ ਪੈਂਡਿੰਗ ਕਿੰਨੀਆਂ ਪਈਆਂ ਨੇ, ਕਿਸ ਤਰ੍ਹਾਂ ਸਾਡੇ ਕੋਲ ਇਸ ਵੇਲੇ 538 ਦਾ ਨਿਪਟਾਰਾ ਹੋ ਚੁੱਕਾ ਹੈ ਤੇ 2 ਸ਼ਿਕਾਇਤਾਂ ਮੇਰੇ ਕੋਲ ਪੈਂਡਿੰਗ ਪਈਆਂ ਹੋਈਆਂ ਨੇ ਨਾ। ਕਿਸ ਮਸਲੇ ਨੂੰ ਲੈ ਕੇ ਸ਼ਿਕਾਇਤ ਮਿਲੀ ਹੋਈ ਹੈ? ਸ਼ਿਕਾਇਤਾਂ ਜ਼ਿਆਦਾਤਰ ਇਹੋ ਹੀ ਹੈਗੀਆਂ ਆ ਕਿ ਜਿਹੜੀਆਂ ਸ਼ਿਕਾਇਤਾਂ ਨੇ ਜ਼ਿਆਦਾਤਰ ਸੀਗੀਆਂ ਕਿ ਉਹਨੇ ਪੋਸਟਰ ਲਗਾ ਦਿੱਤਾ, ਜਾਂ ਕਈ ਲੋਕਾਂ ਨੇ ਮੈਂ ਦੱਸਿਆ ਕਿ ਬਿਨਾਂ ਇਲੈਕਸ਼ਨ ਤੋਂ ਕੀਤੀਆਂ ਹੋਈਆਂ ਨੇ ਕਿ ਉਹ ਬੰਦਾ ਜਿਹੜਾ ਸੀਗਾ ਉਸ ਵੇਲੇ ਉਹਨੇ ਮੇਰੀ ਬੈਂਕ ਦੇ ਉੱਤੇ ਕਬਜ਼ਾ ਕੀਤਾ ਜਾਂ ਮੇਰੀ ਲੈਂਡ ਦੇ ਉੱਤੇ ਕਬਜ਼ਾ ਕੀਤਾ ਹੋਇਆ ਆ। ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਇੱਦਾਂ ਦੀਆਂ ਕੰਪਲੇਂਟਸ ਨੇ, ਅਸੀਂ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਆ, ਉਹਨਾਂ ਨੂੰ ਫਾਈਲ ਕਰ ਦਿੰਦੇ ਆ ਕਿਉਂਕਿ ਇਲੈਕਸ਼ਨ ਦੇ ਨਾਲ ਸੰਬੰਧਿਤ ਕੰਪਲੇਂਟ ਨੂੰ ਹੀ ਅਸੀਂ ਕਰਦੇ ਹੈਗੇ। ਸਾਡੇ ਕੋਲ 530 ਕੰਪਲੇਂਟਸ ਨੂੰ ਅਸੀਂ ਡਿਸਪੋਜ਼ ਕਰ ਦਿੱਤਾ ਹੈਗਾ। ਠੀਕ ਹੈ, ਜਿੰਨੀਆਂ ਵੀ ਸਾਡੇ ਕੋਲ ਆ ਰਹੀਆਂ ਨੇ, ਹੁਣ ਸਾਡੇ ਕੋਲ ਸਿਰਫ 2 ਪੈਂਡਿੰਗ ਹੈਗੀਆਂ ਨੇ। ਮੈਮ ਬਾਹਰ ਤੋਂ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਕੰਪਨੀਆਂ ਆਈਆਂ ਹੋਈਆਂ ਬਾਹਰ ਤੋਂ ਪੁਲਿਸ ਤੋਂ ਇਲਾਵਾ? CPF ਦੀਆਂ? ਹਾਂਜੀ। ਉਹਨਾਂ ਨੇ ਮੰਗੀਆਂ ਤਾਂ ਸੀਗੀਆਂ 30, ਪਰ ਉਹਨਾਂ ਨੂੰ 26 ਮਿਲੀਆਂ ਨੇ। ਇੰਟਰਸਟੇਟ ਬਾਰਡਰ ਦੀ ਗੱਲ ਕਰੀਏ ਜਾਂ ਇੰਟਰਨੈਸ਼ਨਲ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ, ਕਿਸ ਤਰ੍ਹਾਂ ਦੀ ਟੀਮਾਂ ਲਗਾ ਰੱਖੀਆਂ ਨੇ? ਅਸੀਂ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈਗਾ, ਸਾਡੇ 23 ਸਪੈਸੀਫਿਕ ਪੁਆਇੰਟਸ ਹੈਗੇ ਨੇ ਜਿੱਥੇ ਅਸੀਂ ਕੈਮਰੇ ਲਗਾਏ ਆ। ਠੀਕ ਹੈ, ਇੰਟਰਸਟੇਟ ਨਾਕਾ ਦੇ ਉੱਤੇ। ਜਿਹੜਾ ਪਾਕਿਸਤਾਨ ਵਾਲਾ ਬਾਰਡਰ ਹੈਗਾ ਆ ਉਹਨੂੰ ਤੇ BSF ਆਲਰੇਡੀ ਮੈਨ ਕਰ ਰਹੀ ਹੈ, ਪਰ ਅਸੀਂ ਉੱਥੇ ਇਹ ਆਰਡਰ ਕੱਢੇ ਹੋਏ ਆ ਕਿ ਕੋਈ ਵੀ ਬੰਦਾ ਜਿਹੜਾ ਉੱਥੇ ਕੈਮਰੇ ਲਗਾਏ ਹੋਏ ਜਿਹਨਾਂ ਲੋਕਾਂ ਨੇ, ਉਹ ਜਿਹੜਾ ਹੈਗਾ ਆ ਉਸ ਏਰੀਆ ਦੀ ਕੋਈ ਫਿਲਮਿੰਗ ਨਹੀਂ ਕਰੂਗਾ। ਇਹ ਅਸੀਂ ਆਰਡਰ ਸਪੈਸੀਫਿਕ ਕੀਤੇ ਹੋਏ ਆ। ਇਸ ਤੋਂ ਇਲਾਵਾ ਜਿਹੜੀ ਹੈਗੀ ਉਸ ਏਰੀਆ ਦੇ ਵਿੱਚ ਡਰੋਨ ਐਕਟੀਵਿਟੀ ਨੂੰ ਅਸੀਂ ਨੋ ਫਲਾਈ ਜ਼ੋਨ ਕੀਤਾ ਹੋਇਆ। ਜਿਹੜੇ ਸਾਡੇ 23 ਸਪੈਸੀਫਿਕ ਨਾਕੇ ਰਾਜਸਥਾਨ ਦੇ ਨਾਲ ਲੱਗਦੇ, ਉੱਥੇ ਸਾਡੀਆਂ ਪੈਟਰੋਲਿੰਗ ਚੱਲ ਰਹੀ ਹੈਗੀ ਹੈ। ਉੱਥੇ ਅਸੀਂ ਸਪੈਸੀਫਿਕ ਕੈਮਰੇ ਲਗਾਏ ਹੈਗੇ ਨੇ 23 ਜਿਹੜੇ ਕਿ ਹਾਈ ਰੈਜ਼ੋਲੂਸ਼ਨ ਦੇ ਹੈਗੇ ਨੇ, ਤਾਂ ਕਿ ਅਸੀਂ ਉਹਨੂੰ ਪ੍ਰੋਪਰਲੀ ਵਾਚ ਕਰ ਸਕੀਏ। ਜਿਹੜੇ ਚਾਰੋਂ ਹਲਕੇ ਹੈਗੇ ਨੇ, ਜਿਹੜੇ ਵੀ ਸਾਡੇ ਹੈਗੇ ਨੇ, ਸਾਡੇ ਕੋਲ ਕਿਸੇ ਵੀ ਜਗ੍ਹਾ ਦੇ ਉੱਤੇ ਇੰਨੇ ਕੈਂਡੀਡੇਟਸ ਨਹੀਂ ਹੈਗੇ ਕਿ ਸਾਨੂੰ ਦੂਸਰੀ ਲਗਾਉਣੀ ਪਵੇ ਜਿਹੜਾ ਹੁੰਦਾ ਬੈਲਟ ਪੇਪਰ ਵਾਸਤੇ ਯੂਨਿਟ। ਸਾਡੇ ਵਿਦਿਨ ਟਾਈਮ ਨੇ 58 ਹੈ ਨਾ ਆਪਣੇ ਕੋਲ ਟੋਟਲ 58 ਕੈਂਡੀਡੇਟਸ ਨੇ ਪੂਰੇ ਉਹਦੇ ਵਿੱਚ। ਸੋ ਕਈ ਵਾਰੀ ਡਾਕੂਮੈਂਟਸ ਬਾਰੇ ਕਨਫਿਊਜ਼ਨ ਹੋ ਜਾਂਦਾ ਹੈ ਕਿ ਕਿਹੜੇ ਕਿਹੜੇ ਡਾਕੂਮੈਂਟਸ ਅਸੀਂ ਲੈ ਕੇ ਜਾ ਸਕਦੇ। ਆਲਰੇਡੀ ਅਸੀਂ ਨਾ ਕੋਵਿਡ ਨਹੀਂ, ਜਿਹੜੀਆਂ ਵੋਟਰ ਗਾਈਡਸ ਅਸੀਂ ਆਲਰੇਡੀ ਸਭ ਨੂੰ ਡਿਸਟ੍ਰੀਬਿਊਟ ਕੀਤੀਆਂ। ਉਸ ਵੋਟਰ ਗਾਈਡਸ ਦੇ ਵਿੱਚ ਆਲਰੇਡੀ ਲਿਖਿਆ ਹੋਇਆ ਹੈ ਕਿ ਤੁਹਾਡਾ ਕਿੱਥੇ ਹੈਗਾ ਆ ਪੋਲਿੰਗ ਬੂਥ, ਕਿੰਨੇ ਨੰਬਰ 'ਤੇ ਤੁਹਾਡੀ ਵੋਟ ਬਣੀ ਹੋਈ ਹੈ, ਕਿੱਥੇ ਤੁਸੀਂ ਜਾਣਾ ਹੈ। ਤਾਂ ਉਹ ਸਾਰਾ ਤੁਹਾਡੇ ਕੋਲ ਰੈਡੀ ਹੈਗਾ। ਤੁਸੀਂ ਚੱਲ ਸਕਦੇ ਹੋ ਪਾਸਪੋਰਟ, ਪਾਸਬੁੱਕ, ਇਸ ਤੋਂ ਬਾਅਦ ਸਮਾਰਟ ਤੁਹਾਡਾ ਜਿਹੜਾ ਹੈਗਾ ਸਮਾਰਟ ਕਾਰਡ, ਆਧਾਰ ਕਾਰਡ, ਪੈਨਸ਼ਨ ਡਾਕੂਮੈਂਟ, ਮਨਰੇਗਾ ਜੋਬ ਕਾਰਡ, ਸਰਵਿਸ IDs, ਹੈਲਥ, UDID, ਡਰਾਈਵਿੰਗ ਲਾਇਸੈਂਸ, ਆਫੀਸ਼ੀਅਲ ਆਈ ਕਾਰਡ ਤੇ ਪੈਨ ਕਾਰਡ। ਇਹ ਤੁਹਾਨੂੰ ਅਲਾਉਡ ਹੈ। ਮੈਮ ਕਿੰਨਾ ਅਮਲਾ ਕਿੰਨਾ ਲੱਗਿਆ ਜੀ ਇਸ ਚੋਣਾਂ ਦੇ ਅੰਦਰ, ਡਿਸਟ੍ਰਿਕਟ ਦੇ ਅੰਦਰ ਕਿੰਨਾ ਅਮਲਾ? ਦੇਖੋ, ਜਿਹੜਾ ਸਾਨੂੰ ਬੂਥ ਦੇ ਉੱਤੇ ਰਿਕੁਆਇਰਡ ਸੀਗਾ 829 ਬੂਥ ਇੰਟੂ 5 ਕਰ ਲਓ ਹੈ ਨਾ, ਉਹਦੇ ਹਿਸਾਬ ਨਾਲ ਸਾਨੂੰ ਕੁਝ 4141 ਬੰਦੇ ਚਾਹੀਦੇ ਸੀਗੇ, ਪਰ ਰਿਜ਼ਰਵ ਨੂੰ ਪਾ ਕੇ ਅਸੀਂ ਅਬਾਊਟ 7000 ਬੰਦਾ ਲਗਾ ਰੱਖਿਆ ਆਪਣਾ ਕਿ ਸਾਨੂੰ ਜੇ ਇਨ ਕੇਸ ਜ਼ਰੂਰਤ ਪੈ ਜਾਂਦੀ ਹੈ। ਤੇ ਇਸੇ ਤਰ੍ਹਾਂ ਜਿਹੜਾ ਸਾਡਾ ਪੁਲਿਸ ਹੈਗੀ ਹੈ ਜਾਂ CPF, ਇਹ ਤਾਂ ਹੋ ਗਿਆ ਸਾਡਾ ਔਨ ਬੂਥ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ SST ਟੀਮਸ ਨੇ ਜਾਂ ਕੋਈ ਹੋਰ ਸਾਰੀਆਂ ਟੀਮਾਂ ਹੈਗੀਆਂ ਨੇ, ਉਹ ਸਾਡੀਆਂ 9 ਟੀਮਾਂ ਇੱਕ ਦੇ ਕੋਲ ਹੈਗੀਆਂ। 9 ਚੌਕਾ 36, 36 ਚੌਕਾ 400, ਤੁਸੀਂ ਇਹਦੇ ਹਿਸਾਬ ਨਾਲ ਲਗਾ ਲਓ ਕਿ ਸਾਡੀਆਂ ਟੀਮਾਂ ਅਬਾਊਟ 2800 ਬੰਦਾ ਜਿਹੜਾ ਸਾਡਾ ਹੈਗਾ ਹੋਰ ਵੀ ਇਸੇ ਕੰਮ 'ਚ ਲੱਗਿਆ ਹੋਇਆ। SST ਹੋ ਗਿਆ, ਫਲਾਈਂਗ ਸਕੈਡਸ ਹੋ ਗਈਆਂ, ਜਾਂ ਸਾਡੇ ਕੋਲ ਕੰਟਰੋਲ ਰੂਮਸ ਦੇ ਉੱਤੇ ਬੈਠੇ ਹੋਏ ਹੈ,
ਜਾਂ ਸਾਡੇ ਜਿਹੜੇ ਬੰਦੇ ਉੱਥੇ ਘੁੰਮ ਫਿਰ ਰਹੇ ਹੈਗੇ ਨੇ ਜਾਂ ਬੂਥ ਦੇ ਉੱਤੇ ਪਾਣੀ ਪਿਲਾ ਰਹੇ ਜਾਂ ਕੁਝ 28-2900 ਬੰਦਾ ਇਹ ਸਾਡਾ ਲੱਗਿਆ ਹੋਇਆ। ਤੇ ਜਿਹੜੀ ਪੁਲਿਸ ਦੀ ਕੰਪਨੀ ਹੈ, ਪੁਲਿਸ ਦੀ ਜਿਹੜੀ CPF ਦੀ ਹੁੰਦੀ ਹੈ, ਇੱਕ ਕੰਪਨੀ ਦੇ ਵਿੱਚ 96 ਬੰਦੇ ਹੁੰਦੇ ਨੇ। 96 ਤਾਂ ਉਹ ਹੈਗੇ ਨੇ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਉਹਨਾਂ ਨੇ ਆਪਣੀ ਪੁਲਿਸ ਫੋਰਸ ਹੈਗੀ ਹੈ 1441 ਪੁਲਿਸ ਫੋਰਸ ਹੈਗੀ ਹੈ ਪੁਲਿਸ ਦੇ ਕੋਲ, ਜਿਹਦੇ ਵਿੱਚੋਂ ਕਿ 1200 ਬੰਦੇ ਹੈਗੇ ਜਿਹੜੇ ਔਨ ਜੌਬ ਸੀਗੇ। 1200 ਦੇ ਵਿੱਚੋਂ ਉਹਨਾਂ ਨੇ ਮੇਰੇ ਖਿਆਲ 900 ਬੰਦਾ ਜਿਹੜਾ ਲਗਾ ਰੱਖਿਆ ਹੈਗਾ, ਬਾਕੀ ਕੋਈ ਕਿਤੇ ਲੱਗਿਆ, ਕੋਈ ਅਬਜ਼ਰਵਰਸ ਨਾਲ ਲੱਗਿਆ, ਤੇ ਕੁਝ ਕੁੱਲ ਮਿਲਾ ਕੇ ਤੇ ਪੁਲਿਸ ਦਾ ਵੀ ਅਬਾਊਟ 5000 ਬੰਦਾ ਇਸ ਵੇਲੇ ਸ਼ਹਿਰ ਦੇ ਵਿੱਚ ਘੁੰਮ ਰਿਹਾ। ਮੈਡਮ ਮੀਡੀਆ ਕਵਰੇਜ ਵਾਸਤੇ ਕੀ ਗਾਈਡਲਾਈਨਸ ਹੈ? ਮੀਡੀਆ ਕਵਰੇਜ ਇਲੈਕਸ਼ਨ ਮਤਲਬ ਬੂਥ ਤੇ ਜਾ ਕੇ ਬੂਥ ਲੈਵਲ ਤੇ ਮੀਡੀਆ ਕਵਰੇਜ ਵਾਸਤੇ ਦੇਖੋ ਜੀ, ਇਹ ਗਾਈਡਲਾਈਨਸ ਹੈਗੀਆਂ ਨੇ ਕਿ ਤੁਸੀਂ 200 ਮੀਟਰ ਬਾਹਰ ਤੱਕ ਦਾ ਕਵਰੇਜ ਕਰ ਸਕਦੇ ਹੋ। ਤੁਹਾਡੀ ਕੋਈ ਵੀ ਨੌਲੇਜ ਦੇ ਵਿੱਚ ਜੇ ਕੋਈ ਆਉਂਦਾ ਹੈ ਕਿ ਕੋਈ ਕਿਸੇ ਵੀ ਤਰ੍ਹਾਂ ਦਾ ਖਰਾਬ ਕਰ ਰਿਹਾ ਮਾਹੌਲ ਜਾਂ ਕੁਝ ਵੀ ਹੈਗਾ, ਤੁਸੀਂ ਉਹਨੂੰ ਕਵਰ ਕਰ ਸਕਦੇ ਹੋ। ਬੂਥ ਦੇ ਅੰਦਰ ਜਾਣਾ ਤਾਂ ਕਿਸੇ ਲਈ ਵੀ ਅਲਾਉਡ ਨਹੀਂ ਹੈ, ਠੀਕ ਹੈ। ਹਾਂ, ਜੇ ਕੋਈ ਪ੍ਰੈਸ ਦੇ ਮੈਂਬਰ ਨੂੰ ਆਪਾਂ ਅਲਾਉਡ ਕਰਨਾ ਤਾਂ ਕਾਰਡ ਦਿੰਦੇ ਆ, ਠੀਕ ਹੈ। ਉਹ ਕਾਰਡ ਅਸੀਂ ਇਸ਼ੂ ਕਰ ਰਹੇ ਹੈਗੇ ਆ, ਉਹੀ ਬੰਦਾ ਜਾਊਗਾ। ਉਹ ਵੀ ਜਿਹੜਾ ਹੈਗਾ ਤੁਸੀਂ ਸਿਰਫ ਉਹ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਦੇਖ ਸਕਦੇ, ਅੰਦਰ ਜਿੱਥੇ ਵੋਟਿੰਗ ਹੋ ਰਹੀ ਉਹਨੂੰ ਤੁਸੀਂ ਨਹੀਂ ਕਵਰ ਕਰ ਸਕਦੇ, ਠੀਕ ਹੈ। ਮੈਮ ਕੁਛ ਇਹ ਵੀ ਡਿਟੇਲ ਮਿਲ ਸਕਦੀ ਹੁਣ ਤੱਕ ਕਿੰਨਾ ਨਸ਼ਾ ਪਕੜਿਆ ਗਿਆ ਜਾਂ ਕਿੰਨੇ ਲੋਕ ਪਕੜੇ ਗਏ ਨੇ? ਇਹ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ, ਪਰ ਫਿਰ ਵੀ ਮੇਰੀ ਨੌਲੇਜ ਦੇ ਹਿਸਾਬ ਨਾਲ ਹੁਣ ਤੱਕ ਦੀ ਜਿਹੜੀ ਕੈਸ਼ ਦੀ ਸੀਗੀ 48 ਲੱਖ ਰੁਪਇਆ ਸੀ ਉਹਨਾਂ ਦੀ ਰਿਕਵਰੀ ਬੰਦੂਆਣਾ ਵਾਲੇ ਵਾਲੀ, ਹੈ ਨਾ। ਇੰਨੀ ਹੈ ਨਾ, ਇਸ ਤੋਂ ਬਾਅਦ ਤਾਂ ਕੋਈ ਨਹੀਂ ਹੋਈ। ਔਰ ਉਹਨਾਂ ਨੇ ਕੁਝ ਲਾਲ ਵੀ ਫੜਿਆ ਹੈਗਾ, ਡਰੱਗਸ ਦੇ ਵਿੱਚ ਲਾਹ ਨਹੀਂ ਫੜਿਆ ਹੈਗਾ ਹੋਰ। ਤੇ ਯੂ ਕੈਨ ਆਸਕ ਦਿਸ ਫਰੋਮ SSP। ਵੈਸੇ ਮੇਰੇ ਕੋਲ ਰਿਪੋਰਟ ਹੈਗੀ ਹੈ, ਬਟ ਇਟ ਇਜ਼ ਬੈਟਰ ਯੂ ਆਸਕ SSP। ਮੈਮ ਨਵੇਂ ਵੋਟਰ ਜਿਹੜੇ ਵੋਟ ਪਾ ਰਹੇ ਨੇ ਉਹਨਾਂ ਨੂੰ ਕੋਈ ਸਨਮਾਨਿਤ ਵੀ? ਹਾਂ, ਅਸੀਂ ਜਿਹੜੇ ਨਵੇਂ ਸਾਡੇ ਵੋਟਰ ਹੈਗੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਸਨਮਾਨਿਤ ਕਰਾਂਗੇ, ਸਰਟੀਫਿਕੇਟਸ ਦੇਵਾਂਗੇ, ਤੇ ਜਦੋਂ ਉਹ ਬੂਥ ਦੇ ਉੱਤੇ ਆਉਣਗੇ ਅਸੀਂ ਉਹਨਾਂ ਨੂੰ बहुत बढ़िया सरप्राइज स्वागत कराएंगे जी। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।